ਸੋਸ਼ਲ ਮੀਡੀਆ ਸੋਸ਼ਲ ਜਿਹੜਾ ਮਤਲਬ ਹੈ ਉਹ ਹੈ ਸਮਾਜ ਤੇ ਸਮਾਜ ਦੇ ਵਿੱਚ ਜਿਹੜਾ ਮੀਡੀਆ ਫੈਲਿਆ ਹੋਇਆ ਹੈ ਉਸ ਨੂੰ ਆਪਾਂ ਸੋਸ਼ਲ ਮੀਡੀਆ ਕਹਿ ਰਹੇ ਹਾਂ। ਦੁਨੀਆ ਭਰ ਦੇ ਡਿਵਾਈਸ ਸਾਡੇ ਕੋਲ ਅਵੇਲੇਬਲ ਨੇ। ਇਹ ਇੱਕ ਨੈਟਵਰਕ ਐਸਾ ਬਣ ਚੁੱਕਾ ਹੈ ਜਿਹੜਾ ਇੱਕ ਛੋਟਾ 2 ਸਾਲ ਦਾ ਬੱਚਾ ਤੋਂ ਲੈ ਕੇ 90 ਸਾਲ ਦਾ ਬੁੱਢਾ ਵੀ ਇੱਕ ਜਿਹੜਾ ਇਹਨੂੰ ਆਪਰੇਟ ਕਰ ਸਕਦਾ ਹੈ। ਜਿਹੜੀ ਹੈਲਥ ਹਜ਼ਾਰਡਸ ਹੈ ਬਹੁਤ ਜ਼ਿਆਦਾ ਹੋ ਰਹੇ ਹੈ, ਆਈਜ਼ ਤੇ ਇਫੈਕਟ ਹੋ ਰਿਹਾ ਹੈ, ਐਂਗਜ਼ਾਇਟੀ, ਡਿਪਰੈਸ਼ਨ, ਸਟ੍ਰੈਸ, ਏਦਾਂ ਦੀਆਂ ਬਿਮਾਰੀਆਂ ਹੋ ਰਹੀਆਂ ਹੈ। ਸੋਚੋ ਜਿਹੜੇ ਛੋਟਾ ਬੱਚਾ ਹੈ, ਇੱਕ टीनेजर है, एक 18 साल का, एक 18 साल का बच्चा, एक 15 साल का बच्चा डिप्रेशन फेस कर रहा है जस्ट बिकॉज ऑफ द स्क्रीनिंग। बहुत सारी इदां दी एप्स है ਜਿਹੜੀਆਂ ਸਾਨੂੰ ਅੱਜਕੱਲ ਸਟ੍ਰੈਸ ਫ੍ਰੀ ਰੱਖਦੀਆਂ ਨੇ। ਸਾਡੀ ਹੈਲਥ ਦੇ ਨਾਲ ਸਾਨੂੰ ਕੀ ਖਾਣਾ ਚਾਹੀਦਾ ਹੈ, ਸਾਡੀ ਨਿਊਟ੍ਰੀਸ਼ਨ ਵੈਲਿਊਜ਼ ਜਿਹੜੀਆਂ ਕਿੰਨੀਆਂ ਹੋਣੀਆਂ ਚਾਹੀਦੀਆਂ, ਉਸ ਹੈਲਥ ਨੂੰ ਮੇਨਟੇਨ ਕਰਨ ਲਈ देयर आर ਲੋਟਸ ਆਫ ਐਪਸ। ਕਿਚਨ ਦੇ ਵਿੱਚ ਕਿਸੇ ਨੂੰ ਰਾਜਮਾ ਚਾਵਲ ਨਹੀਂ ਬਣਾਉਣੇ ਆਉਂਦੇ ਤਾਂ ਉਹ ਜਾ ਕੇ ਜਸਟ ਕਲਿੱਕ ਕਰਦਾ ਹੈ ਹਾਊ ਟੂ ਮੇਕ ਰਾਜਮਾ ਚਾਵਲ, ਸੋ ਹੀ ਕੈਨ ਨੋ ਕਿ ਕਿਸ ਤਰ੍ਹਾਂ ਉਹ ਆਪਾਂ ਜਿਹੜਾ ਹੈ ਕੋਈ ਵੀ ਚੀਜ਼ ਨਹੀਂ ਸਿੱਖਣੀ ਹੈ, ਨਹੀਂ बनानी है, वो आप सिंगल क्लिक नाल जेड़ा सर्च कर सकते। एक इंसान वो है जिन्हों टेक्नोलॉजी बारे कुछ नहीं पता, उन्होंने तो कोई फर्क ही नहीं है भावें सोशल मीडिया है या नहीं है, लेकिन ਇਹ ਸਾਡੇ ਹੱਥ ਵਿੱਚ ਹੈ ਕਿ ਅਸੀਂ ਉਹਨੂੰ ਕਿੰਨਾ ਆਪਣੀ ਲਾਈਫ ਦੇ ਉੱਤੇ ਇਫੈਕਟ ਕਰਨਾ ਚਾਹੁੰਦੇ ਹਾਂ। ਮਾਈਂਡ ਕੰਟਰੋਲਿੰਗ ਗੇਮਸ ਜਿਹੜੀਆਂ ਉਹ ਐਕਚੁਅਲੀ ਬੱਚੇ ਦੇ ਮੈਂਟਲ ਹੈਲਥ ਤੇ ਡਾਇਰੈਕਟਲੀ ਇਫੈਕਟ ਕਰਦੀਆਂ, ਸਾਈਕੋਲੋਜੀਕਲੀ ਉਹਨਾਂ ਨੂੰ ਇਫੈਕਟ ਕਰਦੀਆਂ, ਉਹਨਾਂ ਦੇ ਬਿਹੇਵੀਅਰਲ ਚੇਂਜਸ ਜਿਹੜੀਆਂ ਉਹਨਾਂ ਨੂੰ ਇਮਰਜ ਕਰਦੀਆਂ। ਸੋ ਇਸ ਕਰਕੇ ਵੀ ਹੈਵ ਟੂ ਮੇਕ ਅ ਚੈੱਕ ਔਨ ਦ ਕਿਡਸ ਦੈਟ ਵਾਟ ਦੇ ਆਰ ਯੂਜ਼ਿੰਗ। ਤੁਸੀਂ ਇਹ ਨੋਟ ਕਰੋਗੇ ਕਿ ਤੁਸੀਂ ਸੋ ਨਹੀਂ ਪਾ ਰਹੇ ਹੋ, ਇਸ ਕਰਕੇ ਡਾਕਟਰਸ ਵੀ ਰਿਕਮੈਂਡ ਕਰਦੇ ਆ ਕਿ ਸੌਣ ਤੋਂ 2 ਘੰਟੇ ਪਹਿਲੇ ਤੁਹਾਡੇ ਸਾਹਮਣੇ ਕੋਈ ਸਕਰੀਨ ਨਹੀਂ ਹੋਣੀ ਚਾਹੀਦੀ। ਈਵਨ ਟੀਵੀ should not be there. ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ। ਮੈਂ ਸੁਖਦੀਪ ਕੌਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਤੇ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਜੁੜ ਚੁੱਕੇ ਨੇ ਸਾਡੇ ਉਹ ਗੈਸਟ, ਸਾਡੀ ਉਹ ਮਾਨਯੋਗ ਸ਼ਖਸੀਅਤ ਜੋ ਸਾਨੂੰ ਅੱਜ ਜਿਸ ਟੌਪਿਕ ਤੇ ਅਸੀਂ ਗੱਲਬਾਤ ਕਰਾਂਗੇ ਉਹਦੇ ਉੱਤੇ ਆਪਣੇ ਵਿਚਾਰ ਜਿਹੜੇ ਨੇ ਸਾਡੇ ਨਾਲ ਸਾਂਝੇ ਕਰਨਗੇ। ਅਸੀਂ ਅੱਜ ਗੱਲਬਾਤ ਕਰਨੀ ਹੈ ਕਿ ਸੋਸ਼ਲ ਮੀਡੀਆ ਜੋ ਹੈ ਉਹ ਬੱਚਿਆਂ ਦੇ ਉੱਪਰ ਕਿੰਨਾ ਕੁ ਜ਼ਿਆਦਾ ਇੰਪੈਕਟ ਪਾਉਂਦੀ ਹੈ ਤੇ ਕਿਵੇਂ ਪਾਉਂਦੀ ਹੈ, ਕਿੰਨਾ ਕੁ ਜ਼ਿਆਦਾ ਸੋਸ਼ਲ ਮੀਡੀਆ ਜਿਹੜਾ ਹੈ ਉਹ ਆਪਣੇ ਯੂਜ਼ ਦੇ ਵਿੱਚ ਲੈ ਕੇ ਆਉਣਾ ਚਾਹੀਦਾ ਔਰ ਕੀ ਇਹਦੇ ਫਾਇਦੇ ਨੇ, ਕੀ ਇਹਦੇ ਸਾਨੂੰ ਹਾਨੀਆਂ ਹੋ ਸਕਦੀਆਂ ਨੇ, ਔਰ ਉਹਦੇ ਬਾਰੇ ਸਾਰੀ ਵਿਚਾਰ ਚਰਚਾ ਜਿਹੜੀ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਜ਼ਰੂਰ ਕਰਨੀ ਹੈ। ਸੋ ਮੇਰੇ ਨਾਲ ਬਣੇ ਹੋਏ ਨੇ ਕਨਿਕਾ ਖੰਨਾ ਜੀ ਜੋ ਸਾਡੇ ਨਾਲ ਵਿਚਾਰ ਚਰਚਾ ਕਰਨਗੇ। ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਹਾਂ ਕਿ ਇਹ ਸਾਇੰਸ ਟੀਚਰ ਨੇ ਔਰ ਆਪਣੀ PhD ਜਿਹੜੀ ਹੈ ਨੇ। ਸੋ ਜੇ ਅਸੀਂ ਗੱਲ ਕਰੀਏ ਇਹਨਾਂ ਦੇ ਐਕਸਪੀਰੀਅੰਸ ਦੀ ਤਾਂ ਇਹਨਾਂ ਦੇ ਕੋਲ 7-8 ਸਾਲ ਦਾ ਜਿਹੜਾ ਟੀਚਿੰਗ ਐਕਸਪੀਰੀਅੰਸ ਹੈ ਔਰ ਆਪਣੇ ਵਿਚਾਰ ਜਿਹੜੇ ਨੇ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝਾ ਕਰਨਗੇ। ਸੋ ਕਨਿਕਾ ਖੰਨਾ ਜੀ ਪ੍ਰੋਗਰਾਮ ਦੇ ਵਿੱਚ ਬਣੇ ਰਹਿਣ ਤੇ ਬਹੁਤ-ਬਹੁਤ ਧੰਨਵਾਦ ਹੈ ਜੀ। ਸਵਾਗਤ ਹੈ ਤੁਹਾਡਾ ਬਹੁਤ-ਬਹੁਤ। ਸਤਿ ਸ਼੍ਰੀ ਅਕਾਲ ਸੁਖਦੀਪ ਜੀ ਐਂਡ ਚੈਨਲ ਵਾਲਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਮੈਨੂੰ ਇਹ ਸੱਦਾ ਦਿੱਤਾ ਹੈ ਤੇ ਮੌਕਾ ਦਿੱਤਾ ਹੈ ਕਿ ਤੁਹਾਡੇ ਚੈਨਲ ਤੇ ਆ ਕੇ ਮੈਂ ਆਪਣੇ ਵਿਚਾਰ ਜਿਹੜੇ ਤੁਹਾਡੇ ਨਾਲ ਸਾਂਝੇ ਕਰ ਸਕਾਂ। ਐਂਡ ਅੱਜ ਅਸੀਂ ਸੋਸ਼ਲ ਮੀਡੀਆ ਦੇ ਬਾਰੇ ਜਿਹੜੀ ਹੈ ਉਹ ਗੱਲ ਕਰਨਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਕਿਸ ਤਰ੍ਹਾਂ ਬੱਚਿਆਂ ਦੇ ਉੱਤੇ ਤੇ ਸਾਡੇ ਉੱਤੇ, ਸਾਡੀ ਲਾਈਫਸ ਦੇ ਉੱਤੇ ਕਿਸ ਤਰ੍ਹਾਂ ਉਹ ਆਪਣਾ ਜਿਹੜਾ ਪ੍ਰਭਾਵ ਹੈ ਉਹ ਪਾ ਰਿਹਾ ਹੈ। ਤੇ ਅੱਜ ਅਸੀਂ ਸਾਰੇ ਆਪਣੀ ਆਸ-ਪਾਸ ਦੀ ਜਿਹੜੀ ਚੀਜ਼ਾਂ ਹੋ ਰਹੀਆਂ ਹੈ ਸੋਸ਼ਲ ਮੀਡੀਆ ਕਰਕੇ ਉਹ ਤੁਹਾਡੇ ਨਾਲ ਸਾਂਝੇ ਕਰਾਂਗਾ। ਸੋ ਮੇਰਾ ਪਹਿਲਾ ਸਵਾਲ ਇਹੀ ਹੋਏਗਾ ਕਿ ਸਾਡੇ ਦਰਸ਼ਕਾਂ ਨੂੰ ਥੋੜਾ ਜਿਹਾ ਦੱਸੋ ਕਿ ਸੋਸ਼ਲ ਮੀਡੀਆ ਐਕਚੁਅਲ 'ਚ ਹੈ ਕੀ ਹੈ? ਜੀ, ਸੋ ਸੋਸ਼ਲ ਮੀਡੀਆ ਜਿਹੜਾ ਹੈ ਉਹ ਬੇਸਿਕਲੀ ਜਿੱਦਾਂ ਕਿ ਨਾਮ ਤੋਂ ਹੀ ਤੁਹਾਨੂੰ ਪਤਾ ਲੱਗ ਰਿਹਾ ਕਿ ਸੋਸ਼ਲ ਮੀਡੀਆ, ਸੋਸ਼ਲ ਦਾ ਜਿਹੜਾ ਮਤਲਬ ਹੈ ਉਹ ਹੈ ਸਮਾਜ ਤੇ ਸਮਾਜ ਦੇ ਵਿੱਚ ਜਿਹੜਾ ਮੀਡੀਆ ਫੈਲਿਆ ਹੋਇਆ ਹੈ ਉਸ ਨੂੰ ਆਪਾਂ ਸੋਸ਼ਲ ਮੀਡੀਆ ਕਹਿ ਰਹੇ ਹਾਂ। ਤੇ ਇਹ ਇੱਕ ਤਰ੍ਹਾਂ ਦਾ ਵਿਸ਼ਾਲ ਨੈਟਵਰਕ ਬਣ ਚੁੱਕਾ ਹੈ ਜਿਹੜਾ ਹਰ ਕੋਨੇ ਦੇ ਵਿੱਚ, ਦੁਨੀਆ ਦੇ ਹਰ ਕੋਨੇ ਦੇ ਵਿੱਚ ਇਹ ਫੈਲ ਚੁੱਕਾ ਹੈ ਔਰ ਇਸ ਨੂੰ ਪ੍ਰੋਗਰੈਸ ਕਰਨ ਲਈ, ਇਸ ਨੂੰ ਅਸੈਸ ਕਰਨ ਲਈ ਸਾਡੇ ਕੋਲ ਦੁਨੀਆ ਭਰ ਦੇ ਡਿਵਾਈਸਸ ਸਾਡੇ ਕੋਲ ਅਵੇਲੇਬਲ ਨੇ। ਇਹ ਇੱਕ ਨੈਟਵਰਕ ਐਸਾ ਬਣ ਚੁੱਕਾ ਹੈ ਜਿਹੜਾ ਇੱਕ ਛੋਟਾ 2 ਸਾਲ ਦਾ ਬੱਚਾ ਤੋਂ ਲੈ ਕੇ 90 ਸਾਲ ਦਾ ਬੁੱਢਾ ਵੀ ਇੱਕ ਜਿਹੜਾ ਇਹਨੂੰ ਆਪਰੇਟ ਕਰ ਸਕਦਾ ਹੈ ਔਰ ਸਾਰੀ ਦੁਨੀਆ ਦੇ ਨਾਲ ਕਨੈਕਟ ਕਰ ਰਿਹਾ। ਇਸ ਸੋਸ਼ਲ ਮੀਡੀਆ ਦੇ ਕਰਕੇ
ਆਪਾਂ ਦੁਨੀਆ ਦੇ ਆਸ-ਪਾਸ ਕੀ ਚੱਲ ਰਿਹਾ ਹੈ, ਮਨੋਰੰਜਨ ਜਿਹੜਾ ਕੀ ਹੋ ਰਿਹਾ ਹੈ, ਨਿਊਜ਼ ਦੇ ਵਿੱਚ ਕੀ ਆ ਰਿਹਾ ਹੈ, ਕੀ ਨਹੀਂ ਆ ਰਿਹਾ, ਸਭ ਆਪਾਂ ਇਸ ਸੋਸ਼ਲ ਮੀਡੀਆ ਦੇ ਰਾਹੀਂ ਦੇਖ ਸਕਦੇ ਹਾਂ। ਔਰ ਸੋਸ਼ਲ ਮੀਡੀਆ ਦੀ ਜੇ ਗੱਲ ਕਰੀਏ ਕਿ ਇਹ ਸ਼ੁਰੂ ਕਿੱਥੋਂ ਹੋਇਆ ਸੀ, ਬੇਸਿਕਲੀ ਇਹਦੀ ਜਿਹੜੀ ਕਾਢ ਹੈ ਉਹ ਅਖਬਾਰ ਤੋਂ ਸ਼ੁਰੂ ਹੋਈ ਸੀਗੀ। ਸਭ ਤੋਂ ਪਹਿਲੇ ਅਖਬਾਰ ਆਈ, ਉਸ ਤੋਂ ਬਾਅਦ ਅਖਬਾਰ ਤੋਂ ਬਾਅਦ ਰੇਡੀਓ ਦਾ ਇਨਵੈਂਸ਼ਨ ਕੀਤਾ ਗਿਆ, ਰੇਡੀਓ ਤੋਂ ਬਾਅਦ ਆਇਆ ਟੈਲੀਵਿਜ਼ਨ, ਤੇ ਟੈਲੀਵਿਜ਼ਨ ਤੋਂ ਬਾਅਦ ਆਇਆ ਕੰਪਿਊਟਰ, ਜਿਨੇ ਸਾਡੀ ਲਾਈਫਸ ਨੂੰ ਚੇਂਜ ਕਰਕੇ ਰੱਖ ਦਿੱਤਾ। ਔਰ ਇਹ ਜਿਹੜਾ ਕੰਪਿਊਟਰ ਹੈ ਨਾ, ਕੰਪਿਊਟਰ ਤੋਂ ਬਾਅਦ ਸਾਡੇ ਕੋਲ ਇੱਕ ਮਿਨੀ ਕੰਪਿਊਟਰ ਆ ਗਿਆ ਜਿਹਨੂੰ ਅੱਜ ਕੱਲ ਅਸੀਂ ਮੋਬਾਈਲ ਫੋਨਸ ਕਹਿੰਦੇ ਹਾਂ। ਔਰ ਉਹ ਮੋਬਾਈਲ ਫੋਨਸ ਜਿਹੜੇ ਹੈ ਉਹ ਅੱਜ ਕੱਲ ਇੱਕ ਗਰੀਬ ਤੋਂ ਗਰੀਬ ਬੰਦਾ ਔਰ ਅਮੀਰ ਤੋਂ ਅਮੀਰ ਬੰਦਾ ਜਿਹੜਾ ਹੈ ਉਹ ਮੋਬਾਈਲ ਫੋਨ ਕੈਰੀ ਕਰ ਰਿਹਾ, ਔਰ ਉਸ ਮੋਬਾਈਲ ਫੋਨ ਰਾਹੀਂ ਉਹ ਪੂਰੀ ਦੁਨੀਆ ਦੇ ਨਾਲ ਹਰ ਤਰ੍ਹਾਂ ਨਾਲ ਕਨੈਕਟਡ ਹੈ। ਔਰ ਇਸੇ ਮੋਬਾਈਲ ਫੋਨ ਨੇ ਸਾਡੀ ਜਿਹੜੀ ਜ਼ਿੰਦਗੀਆਂ ਹੈ ਉਹ ਬਿਲਕੁਲ ਬਦਲ ਕੇ ਰੱਖ ਦਿੱਤੀਆਂ। ਤੇ ਇਸੇ ਕਰਕੇ ਜਿਹੜਾ ਮੋਬਾਈਲ ਹੈ ਉਹ ਸੋਸ਼ਲ ਮੀਡੀਆ ਦਾ ਕਹਿ ਲਓ ਕਿ ਇੱਕ ਬੂਸਟਰ ਹੈ, ਜਿਹੜਾ ਕਿ ਸੋਸ਼ਲ ਮੀਡੀਆ ਨੂੰ ਸਭ ਤਰ੍ਹਾਂ ਫੈਲਾ ਰਿਹਾ ਹੈ ਸਾਡੇ ਲਈ। ਜੀ, ਸਾਡੇ ਦਰਸ਼ਕਾਂ ਨੂੰ ਇਹ ਵੀ ਦੱਸੋ ਕਿ ਕਿਹੜੇ ਐਪਸ ਅਫੀਸ਼ੀਅਲ ਨੇ ਜਿਹੜੇ ਕਿਡਸ ਵਾਸਤੇ ਵੀ ਬਹੁਤ ਜ਼ਿਆਦਾ ਗੁੱਡ ਨੇ ਔਰ ਸਾਡੇ ਵਾਸਤੇ ਵੀ ਬਹੁਤ ਜ਼ਿਆਦਾ ਵਧੀਆ ਨੇ, ਔਰ ਉਹਨਾਂ ਦਾ ਯੂਜ਼ ਕਿਵੇਂ ਕਰਨਾ ਚਾਹੀਦਾ? ਰਾਈਟ। ਪਹਿਲੇ ਤਾਂ ਮੈਂ ਕਿਡਸ ਬਾਰੇ ਗੱਲ ਕਰਨਾ ਚਾਹੂੰਗੀ ਕਿ ਕਿਡਸ ਲਈ ਕਿਹੜੀਆਂ ਐਪਸ ਜਿਹੜੀਆਂ ਹੈ ਬਹੁਤ ਅੱਛੀਆਂ ਨੇ, ਔਰ ਉਹਨਾਂ ਨੂੰ ਕਿਹੜੀਆਂ ਐਪਸ ਤੇ ਜ਼ਿਆਦਾ ਫੋਕਸ ਕਰਨਾ ਚਾਹੀਦਾ ਇਨ ਸਪਾਈਟ ਆਫ ਯੂਜ਼ਿੰਗ ਅਦਰ ਐਪਸ। ਤੇ ਬੇਸਿਕਲੀ ਐਪਸ ਜਿਹੜੀਆਂ ਉਹਦੇ ਡਿਵੀਜ਼ਨ ਵਿੱਚ ਕੁਝ ਅਕੈਡਮਿਕਸ ਐਪ ਹੁੰਦੀਆਂ ਜਿਹੜੀਆਂ ਸਿਰਫ ਔਰ ਸਿਰਫ ਪੜ੍ਹਾਈ ਦੇ ਨਾਲ ਰਿਲੇਟਡ ਹੈ, ਜਿਹੜਾ ਉਹਨਾਂ ਨੂੰ ਸਟੱਡੀ ਮਟੀਰੀਅਲ ਐਕਵਾਇਰ ਕਰਨ ਲਈ ਹੈਲਪ ਕਰ ਰਹੀਆਂ ਹੈ, ਜਿਹੜਾ ਉਹਨਾਂ ਦਾ ਹੋਮਵਰਕ ਹੈ ਉਹਦੀ ਪਲੈਨਿੰਗ 'ਚ ਹੈਲਪ ਕਰ ਰਹੀਆਂ। ਸੋ ਦੇयर इज अ ਸਟੂਡੈਂਟ ਪਲੈਨਰ ਐਪ, ਸਟੂਡੈਂਟ ਹੋਮਵਰਕ ਪਲੈਨਰ ਐਪ ਹੁੰਦੀ ਹੈ ਜਿਹਦੇ ਵਿੱਚ ਉਹ ਆਪਣਾ ਹੋਮਵਰਕ ਜਿਹੜਾ ਉਹ ਪਲਾਨ ਕਰ ਸਕਦੇ ਨੇ। ਦੈਨ ਗੂਗਲ ਡਰਾਈਵ ਇਜ਼ ਦੇयर, ਜਿਹਦੇ ਵਿੱਚ ਉਹ ਆਪਣਾ ਸਾਰਾ ਦਾ ਸਾਰਾ ਡਾਟਾ ਜਿਹੜਾ ਹੈ, ਬਿਕੋਜ਼ ਦ ਸਟੂਡੈਂਟਸ ਆਰ ਹੈਵਿੰਗ ਅ ਲੋਟ ਆਫ ਡਾਟਾ ਨਾਊਅਡੇਜ਼, ਦੇ ਆਰ ਹੈਵਿੰਗ ਅ ਲੋਟ ਆਫ ਇਨਫੋਰਮੇਸ਼ਨ ਵਿਦ them, ਬਹੁਤ ਸਾਰੇ ਨੋਟਸ ਨੇ ਉਹਨਾਂ ਕੋਲ, ਬਹੁਤ ਸਾਰੀ ਜਿਹੜੀ ਵੀਡੀਓਜ਼ ਉਹਨਾਂ ਕੋਲ ਹੁੰਦੀਆਂ ਜਿਹੜੀਆਂ ਉਹਨਾਂ ਨੇ ਸੇਵ ਕਰਕੇ ਰੱਖੀਆਂ ਹੁੰਦੀਆਂ। ਸੋ ਉਹ ਸੇਵਿੰਗ ਜਿਹੜੀ ਆ ਉਹ ਗੂਗਲ ਡਰਾਈਵ ਦੇ ਵਿੱਚ ਕਰ ਸਕਦੇ ਆ। ਲੇਕਿਨ ਕੁਝ ਇਸ ਤਰ੍ਹਾਂ ਦੀ ਐਪਸ ਵੀ ਹੈ ਜਿਹਦੇ ਨਾਲ ਉਹ ਸਕੈਨਿੰਗ ਕਰ ਸਕਦੇ ਆ ਫॉर ਸਮ ਆਫ ਦ ਡਾਕੂਮੈਂਟਸ। ਤੋ ਕੁਝ ਸਕੈਨਿੰਗ ਐਪਸ ਆਰ ਦੇयर, ਜਿਸ ਤਰ੍ਹਾਂ ਕਿ ਸਾਡੇ ਕੋਲ ਬਹੁਤ ਸਾਰੀਆਂ ਐਪਸ ਜਿਹੜੀਆਂ ਸਕੈਨ ਕਰਦੀਆਂ ਡਾਕੂਮੈਂਟਸ, ਉਹਦੇ ਨਾਲ ਆਪਾਂ ਸਕੈਨ ਡਾਕੂਮੈਂਟਸ ਨੂੰ ਸੇਵ ਕਰਕੇ ਰੱਖ ਸਕਦੇ ਹਾਂ ਆਪਣੇ ਕੋਲ। ਫਿਰ ਕੁਝ ਇਸ ਤਰ੍ਹਾਂ ਦੀਆਂ ਐਪਸ ਹੈ ਜਿਸ ਤਰ੍ਹਾਂ ਗੂਗਲ ਲੈਂਸ ਹੋ ਗਿਆ ਜਾਂ ਫਿਰ ਆਫਿਸ ਲੈਂਸ ਹੋ ਗਿਆ, ਜਿਹਦੇ ਨਾਲ ਸਪੋਜ਼ ਕਿਸੇ ਬੱਚੇ ਨੂੰ ਕਿਸੇ ਇਨਫੋਰਮੇਸ਼ਨ ਗੈਦਰ ਕਰਨੀ ਅਬਾਊਟ ਐਨੀ ਆਬਜੈਕਟ, ਉਸ ਆਬਜੈਕਟ ਬਾਰੇ ਉਹਨੂੰ ਕੋਈ ਇਨਫੋਰਮੇਸ਼ਨ ਨਹੀਂ, ਉਹਨੂੰ ਨਹੀਂ ਪਤਾ ਹੈ ਕੀ ਚੀਜ਼ ਹੈ, ਉਹਦੇ ਹੱਥ ਵਿੱਚ ਇੱਕ ਆਬਜੈਕਟ ਹੈ ਬਟ ਹੀ ਡੋਂਟ ਨੋ ਦੈਟ ਵਾਟ ਇਜ਼ ਦਿਸ, ਰਾਈਟ। ਤੇ ਉਹਨੂੰ ਉਹਦੀ ਪਿਕਚਰ ਕਲਿੱਕ ਕਰਕੇ ਡਾਇਰੈਕਟਲੀ ਉਹਦੇ ਵਿੱਚ ਪਾ ਕੇ ਉਹਨੂੰ ਪੁੱਛ ਸਕਦਾ ਹੈ ਕਿ ਵਾਟ ਇਜ਼ ਦਿਸ, ਤੇ ਉਹਨੂੰ ਸਾਰਾ ਡਾਟਾ ਉਹਦੇ ਬਾਰੇ ਜਿਹੜਾ ਹੈ ਮਿਲ ਸਕਦਾ ਹੈ ਕਿ ਇਹ ਕੀ ਹੈ, ਰਾਈਟ। ਉਹਦੇ ਇਲਾਵਾ देयर आर अदर ਐਪਸ ਜਿਹੜੀਆਂ ਕਿ ਬੱਚਿਆਂ ਦੇ ਮਾਈਂਡ ਨੂੰ ਡਿਵੈਲਪ ਕਰਨ ਲਈ, ਪਜ਼ਲ ਐਪਸ ਹੁੰਦੀਆਂ ਬਹੁਤ ਸਾਰੀਆਂ, ਗੇਮਿੰਗ ਐਪਸ ਹੁੰਦੀਆਂ, ਬਟ ਗੇਮਿੰਗ ਦੇ ਵਿੱਚ ਵੀ देयर आर ਲਿਮਿਟਡ ਐਪਸ ਜਿਹੜੀਆਂ ਕਿ ਸਿਰਫ ਬੱਚੇ ਦੀ ਮਾਈਂਡ ਡਿਵੈਲਪਿੰਗ ਲਈ ਹੈਲਪ ਕਰਦੀਆਂ। ਔਰ ਉਹ ਸਿਰਫ ਮਾਈਂਡ ਡਿਵੈਲਪਿੰਗ ਲਈ ਉਹਨਾਂ ਦੇ ਜਿਹੜੇ ਕੋਗਨੀਟਿਵ देयर आर ਏਜ ਗਰੁੱਪਸ from 2 to 5 ਲਈ ਅਲੱਗ ਐਪਸ ਨੇ, from 5 to 10 there are different apps, ਤੇ ਉਹ ਏਜ ਗਰੁੱਪਸ ਦੇ ਹਿਸਾਬ ਨਾਲ ਜਿਹੜੀਆਂ ਐਪਸ ਜਿਹੜੀਆਂ ਉਹ ਜਨਰੇਟ ਕੀਤੀਆਂ ਜਾਂਦੀਆਂ ਤਾਂ ਕਿ ਜਿਹੜਾ ਬੱਚਾ ਹੈ ਉਹ ਆਪਣੇ ਲੈਵਲ ਦੇ ਅਕੋਰਡਿੰਗਲੀ ਆਪਣਾ ਜਿਹੜਾ ਗੇਮਸ ਹੈ, ਆਪਣੇ ਜਿਹੜੇ ਪਜ਼ਲਸ ਹੈ ਉਹਨਾਂ ਨੂੰ ਸੋਲਵ ਕਰ ਸਕੇ, ਤਾਂ ਕਿ ਉਹਨਾਂ ਦਾ ਜਿਹੜਾ ਮਾਈਂਡ ਹੈ ਉਹਦੇ ਨਾਲ ਡਿਵੈਲਪ ਹੋ ਸਕੇ। ਫਿਰ ਆਪਾਂ ਜੇ ਗੱਲ ਕਰੀਏ ਵੱਡਿਆਂ ਦੀ, ਤੇ ਵੱਡਿਆਂ ਦੀ ਜੇ ਆਪਾਂ ਗੱਲ ਕਰਦੇ ਹਾਂ ਤੇ ਉਹਦੇ ਵਿੱਚ ਸਾਡੇ ਕੋਲ ਬਹੁਤ ਸਾਰੀ ਇਦਾਂ ਦੀ ਐਪਸ ਹੈ ਜਿਹੜੀਆਂ ਸਾਨੂੰ ਅੱਜਕੱਲ ਸਟ੍ਰੈਸ ਫ੍ਰੀ ਰੱਖਦੀਆਂ ਨੇ। ਸਾਡੀ ਹੈਲਥ ਦੇ ਨਾਲ ਸਾਨੂੰ ਕੀ ਖਾਣਾ ਚਾਹੀਦਾ ਹੈ, ਸਾਡੀ ਨਿਊਟ੍ਰੀਸ਼ਨ ਵੈਲਿਊਜ਼ ਜਿਹੜੀਆਂ ਕਿੰਨੀਆਂ ਹੋਣੀਆਂ ਚਾਹੀਦੀਆਂ, ਉਸ ਹੈਲਥ ਨੂੰ ਮੇਨਟੇਨ ਕਰਨ ਲਈ देयर आर ਲੋਟਸ ਆਫ ਐਪਸ। ਦੈਨ ਐਕਸਰਸਾਈਜ਼ਸ ਜਿਹੜੀਆਂ ਕੁਝ ਐਪਸ ਦੱਸਦੀਆਂ ਨੇ ਕਿ ਇਹ ਐਕਸਰਸਾਈਜ਼ਸ ਤੁਹਾਨੂੰ ਕਰਨੀਆਂ ਚਾਹੀਦੀਆਂ, ਇਹ ਐਕਸਰਸਾਈਜ਼ਸ ਦੇ ਨਾਲ ਤੁਹਾਡੀ ਇਸ ਬੋਡੀ ਪਾਰਟ ਨੂੰ ਠੀਕ ਹੋਏਗਾ, ਇਹ ਐਕਸਰਸਾਈਜ਼ਸ ਨਾਲ ਤੁਸੀਂ ਆਪਣੀ ਬੋਡੀ ਦੇ ਜਿਹੜੇ ਸਟ੍ਰੈਸ ਨੂੰ ਰਿਲੀਵ ਕਰ ਸਕਦੇ ਹੋ। ਯੋਗਾ ਐਪਸ ਆਰ देयर, ਠੀਕ ਹੈ। ਤਾਂ ਉਹ ਹੈਲਥ ਦੇ ਰਿਲੇਟਡ ਵੀ ਬਹੁਤ ਸਾਰੀਆਂ ਐਪਸ ਨੇ। ਕੁਝ ਜਿਹੜੀਆਂ ਅੱਜ ਕੱਲ ਚੱਲ ਰਹੀਆਂ ਫਾਈਨੈਂਸ ਦੇ ਰਿਲੇਟਡ ਐਪਸ ਹੈ, ਫਾਈਨੈਂਸ ਦੇ ਰਿਲੇਟਡ ਦੇ ਵਿੱਚ ਵੀ ਉਹ ਤੁਸੀਂ ਜੇ ਮਨੀ ਟ੍ਰਾਂਸਫਰ ਕਰਨੇ ਹੈ ਉਹਦੇ ਲਈ ਅਲੱਗ ਐਪਸ ਨੇ। ਫਿਰ ਤੁਸੀਂ ਜੇ ਆਪਸ ਚ ਕਨਵਰਸ ਕਰਨਾ ਹੈ, ਇੰਟਰੈਕਸ਼ਨ ਕਰਨੀ ਹੈ, ਉਹਦੇ ਲਈ ਅਲੱਗ ਐਪਸ ਨੇ। ਸੋ देयर आर ਮਤਲਬ ਇਹਦਾ ਕੋਈ ਐਂਡ ਨਹੀਂ ਹੈ। ਇਨਫਾਈਨਾਈਟ ਐਪਸ ਆਰ देयर ਫॉर द किड्स एज वेल एज फॉर द एडल्ट्स आल्सो।
ਜੀ, ਕੋਵਿਡ ਦਾ ਸਮਾਂ ਰਿਹਾ ਜਦੋਂ ਬੱਚਿਆਂ ਨੂੰ ਫ਼ੋਨ ਦੇ ਉੱਪਰ ਹੀ ਸਟੱਡੀ ਕਰਨ ਦਾ ਮੌਕਾ ਮਿਲਿਆ ਸੀਗਾ। ਸੋ ਜੇ ਜੀ ਅਸੀਂ ਗੱਲ ਕਰੀਏ ਕੋਵਿਡ ਤੋਂ ਪਹਿਲਾਂ ਦੀ ਤਾਂ ਸਿਰਫ ਨੋਟਬੁੱਕ ਜਾਂ ਬੁੱਕਸ ਦੇ ਉੱਪਰ ਹੀ ਅਸੀਂ ਸਟੱਡੀ ਕਰਦੇ ਸੀਗੇ ਔਰ ਬੱਚੇ ਜਿਹੜੇ ਆ ਬਸ ਬੁੱਕਸ ਦੇ ਨਾਲ ਜੁੜੇ ਹੋਏ ਸੀ। ਫਿਰ ਕੋਵਿਡ ਦਾ ਸਮਾਂ ਆਇਆ ਰਾਈਟ ਜਦੋਂ ਉਹਨਾਂ ਨੂੰ ਘਰ ਬੈਠ ਕੇ ਆਨਲਾਈਨ ਸਟੱਡੀ ਕਰਨੀ ਪਈ। ਤਾਂ ਉਹਦਾ ਵੀ ਕੁਛ ਨਾ ਕੁਛ ਜੀ ਪ੍ਰਭਾਵ ਤੁਹਾਨੂੰ ਲੱਗਦਾ ਹੈ ਕਿ ਬੱਚਿਆਂ ਤੇ ਪਿਆ ਹੈ ਹੁਣ? ਐਗਜ਼ੈਕਟਲੀ ਜਿਹੜਾ ਆਪਾਂ ਕਹਿ ਰਹੇ ਹਾਂ ਕਿ ਲਾਸਟ ਪੈਂਡੈਮਿਕ ਦੇ ਟਾਈਮ ਤੇ ਉਹ ਜਿਹੜੇ ਲਾਸਟ ਦੇ 2 ਸਾਲ ਸੀਗੇ, ਉਹ 2 ਸਾਲ ਦੇ ਵਿੱਚ ਬੱਚੇ ਇੰਨਾ ਕੁ ਜ਼ਿਆਦਾ ਸਕਰੀਨ ਦੇ ਨਾਲ ਐਡਿਕਟਿਵ ਹੋ ਚੁੱਕੇ ਆ ਬਿਕੋਜ਼ ਵੀ ਵਰ ਫੋਰਸਿੰਗ them, ਬਿਕੋਜ਼ ਵੀ ਵਰ ਐਕਚੁਅਲੀ ਟੈਲਿੰਗ them ਕਿ ਉਹ ਐਜੂਕੇਸ਼ਨ ਤੋਂ ਦੂਰ ਨਾ ਜਾਣ, ਉਹਨਾਂ ਦਾ ਜਿਹੜਾ ਲਿੰਕ ਹੈ ਐਜੂਕੇਸ਼ਨ ਦੇ ਨਾਲ ਉਹ ਨਾ ਟੁੱਟੇ। ਇਸ ਕਰਕੇ ਆਪਾਂ ਉਹਨਾਂ ਨੂੰ ਕੀ ਕਰ ਦਿੱਤਾ, ਆਪਾਂ ਬਾਉਂਡ ਕਰ ਦਿੱਤਾ ਸਕਰੀਨ ਦੇ ਨਾਲ, that you have to be bound with it, ਰਾਈਟ। ਬਿਕੋਜ਼ ਉਹ ਸਕਰੀਨ ਦੇ ਨਾਲ ਹੀ ਇੱਕੋ ਜਿਹਾ ਮੈਥਡ ਹੀ ਸੀਗਾ ਜੇ ਕਿ ਜਿਹਦੇ ਨਾਲ ਆਪਾਂ ਬੱਚਿਆਂ ਨੂੰ ਆਪਣਾ ਜਿਹੜਾ ਲੈਕਚਰ ਹੈ ਉਹ ਡਿਲੀਵਰ ਕਰ ਸਕਦੇ ਹਾਂ ਔਰ ਉਹਨਾਂ ਦੀ ਜਿਹੜੀ ਪੜ੍ਹਾਈ ਆ ਉਹ ਰੁਕੇ ਨਾ, ਉਹਦੇ ਨਾਲ ਕੋਈ ਰੁਕਾਵਟ ਨਾ ਆਵੇ ਉਹਦੇ ਵਿੱਚ। ਇਸ ਕਰਕੇ ਆਪਾਂ ਉਹ ਇੱਕ ਜ਼ਰੀਆ ਲੱਭਿਆ, ਲੇਕਿਨ ਉਸ ਜ਼ਰੀਏ ਦੇ ਕਾਰਨ देयर वर ਸਮ ਸਾਈਡ ਇਫੈਕਟਸ ਆਲਸੋ। ਕਹਿੰਦੇ ਆ ਨਾ ਹਰ ਚੀਜ਼ ਦੇ ਪ੍ਰੋਜ਼ ਐਂਡ ਕੌਨਸ ਹੁੰਦੇ ਨੇ, ਤੇ ਉਹਦੇ ਪ੍ਰੋਜ਼ ਤਾਂ ਬਹੁਤ ਸੀਗੇ ਬਟ ਨਾਲ ਦੇ ਨਾਲ ਉਹਦੇ ਕੌਨਸ ਵੀ ਆ ਗਏ। ਉਹ ਕੌਨਸ ਐਵੇਂ ਕਿ ਜਿਸ ਤਰ੍ਹਾਂ ਬੱਚੇ ਜਿਹੜੇ ਹੈ ਉਹ ਹਰ ਟਾਈਮ ਸਕਰੀਨ ਦੇ ਨਾਲ ਐਡਿਕਟਿਵ ਹੋ ਗਏ। ਉਹਨਾਂ ਨੂੰ ਪਤਾ ਹੈ ਕਿ ਅਸੀਂ ਜੇ ਹੋਮਵਰਕ ਕਰਨਾ ਹੈ ਤਾਂ ਵੀ ਅਸੀਂ ਫੋਨ ਤੋਂ ਕਰਨਾ ਹੈ, ਜੇ ਅਸੀਂ ਨੋਟਸ ਦੀ ਕਾਪੀ ਕਰਨੀ ਹੈ ਆਪਣੇ ਨੋਟਬੁੱਕ ਦੇ ਵਿੱਚ ਤਾਂ ਵੀ ਉਹ ਪਹਿਲੇ ਲੈਪਟਾਪ ਖੋਲਦੇ ਨੇ, ਉਹਦੇ ਤੋਂ ਫਿਰ ਨੋਟ ਡਾਊਨ ਕਰਦੇ ਨੇ, ਕਿਉਂਕਿ ਆਲ ਦ ਟੀਚਰਸ ਸੈਂਡਿੰਗ देयर ਨੋਟਸ ਬਾय ਈਮੇਲ ਔਰ ਬਾय ਸਮ ਐਪਸ, ਹੈ ਨਾ, ਉਹ ਆਪਣੇ ਹੋਮਵਰਕ ਇਸ ਤਰ੍ਹਾਂ ਹੀ ਸੈਂਡ ਕਰ ਰਹੇ ਨੇ। तो ਇਸ ਕਰਕੇ ਉਹਨਾਂ ਦਾ ਸਕਰੀਨ ਟਾਈਮਿੰਗ ਇੰਕਰੀਜ਼ ਹੋ ਗਿਆ, ਜਿਹਦੇ ਨਾਲ ਉਹਨਾਂ 'ਚ ਐਡਿਕਸ਼ਨ ਬਹੁਤ ਜ਼ਿਆਦਾ ਆ ਗਈ ਕਿ ਸਕਰੀਨ ਐਡਿਕਸ਼ਨ ਬਹੁਤ ਜ਼ਿਆਦਾ ਹੋ ਗਈ। ਉਹ ਸਕਰੀਨ ਐਡਿਕਸ਼ਨ ਦੇ ਨਾਲ ਉਹਨਾਂ ਦਾ ਐਡਵਰਸ ਇਫੈਕਟਸ ਪਿਆ ਉਹਨਾਂ ਦੀ ਆਈਜ਼ ਦੇ ਉੱਤੇ, ਕਿ ਆਈਜ਼ ਜਿਹੜੀਆਂ ਬਹੁਤ ਜ਼ਿਆਦਾ ਸਫਰ ਕਰ ਰਹੀਆਂ। ਐਂਡ ਰਿਸਰਚ ਦੇ ਅਕੋਰਡਿੰਗਲੀ, ਪਿੱਛੇ ਕਾਮਨ ਸੈਂਸ ਮੀਡੀਆ ਨੇ ਇੱਕ ਰਿਸਰਚ ਕੀਤੀ ਸੀ, ਉਹਦੇ ਅਕੋਰਡਿੰਗਲੀ 71% ਜਿਹੜਾ ਹੈ ਉਹ ਇੰਕਰੀਜ਼ ਹੋਇਆ ਹੈ ਇਨ ਦਾ ਅਮਾਊਂਟ ਆਫ ਦ ਯੂਜ਼ਰਸ ਜਿਹੜੇ ਟਵੀਨਸ ਹੈ ਫਰੋਮ 2 to 5 years। ਐਂਡ लेके 2 to 5 years ਦੇ ਵਿੱਚ ਜਿਹੜੇ ਹੋ ਗਏ ਜਾਂ 5 to 10 years ਦੇ ਵਿੱਚ ਜਿਹੜੇ ਹੋ ਗਏ, ਔਰ 8 to 12 years ਦੇ ਵਿੱਚ, 8 to 12 years ਦੇ ਵਿੱਚ ਜ਼ਿਆਦਾ ਵਾਧਾ ਹੋਇਆ। 8 to 12 years and 12 to 18 years ਜਿਹੜੇ ਟਵੀਨਸ ਔਰ ਟੀਨਸ ਦੋਨੋਂ ਆ ਜਾਂਦੇ ਨੇ, ਜਿਹਦੇ ਵਿੱਚ ਇਹਨਾਂ ਦੇ ਵਿੱਚ ਅਮਾਊਂਟ ਆਫ ਯੂਜ਼ੇਜ ਜਿਹੜੀ ਹੈ ਬਹੁਤ ਜ਼ਿਆਦਾ ਦੇਖਣ ਨੂੰ ਮਿਲੀ ਔਰ ਪਰਸੈਂਟੇਜ ਜਿਹੜੀ ਉਹ ਬਹੁਤ ਜ਼ਿਆਦਾ ਇੰਕਰੀਜ਼ ਹੋ ਗਈ। ਔਰ ਉਹਦੇ ਕਰਕੇ ਕੀ ਹੋ ਰਿਹਾ ਹੈ, ਜਿਹੜੇ ਹੈਲਥ ਹਜ਼ਾਰਡਸ ਹੈ ਬਹੁਤ ਜ਼ਿਆਦਾ ਹੋ ਰਹੇ ਹੈ, ਆਈਜ਼ ਤੇ ਇਫੈਕਟ ਹੋ ਰਿਹਾ ਹੈ, ਐਂਗਜ਼ਾਇਟੀ, ਡਿਪਰੈਸ਼ਨ, ਸਟ੍ਰੈਸ, ਐਦਾਂ ਦੀਆਂ ਬਿਮਾਰੀਆਂ ਹੋ ਰਹੀਆਂ ਹੈ। ਸੋਚੋ ਜਿਹੜੇ ਛੋਟਾ ਬੱਚਾ ਹੈ, ਇੱਕ ਟੀਨੇਜਰ ਹੈ, ਇੱਕ 18 ਸਾਲ ਦਾ, ਇੱਕ 18 ਸਾਲ ਦਾ ਬੱਚਾ, ਇੱਕ 15 ਸਾਲ ਦਾ ਬੱਚਾ ਡਿਪਰੈਸ਼ਨ ਫੇਸ ਕਰ ਰਿਹਾ ਹੈ ਜਸਟ ਬਿਕੋਜ਼ ਆਫ ਦਿਸ ਹੂੰ। ਸਕਰੀਨਿੰਗ। ਇਸ ਸਕਰੀਨ ਦੇ ਕਰਕੇ ਮਤਲਬ ਬਹੁਤ ਜ਼ਿਆਦਾ ਉਹਨਾਂ ਨੂੰ ਮੈਂਟਲ ਸਟ੍ਰੈਸ ਹੋ ਰਿਹਾ, ਐਡਿਕਸ਼ਨ ਹੋ ਰਹੀਆਂ, ਉਹਨਾਂ ਦੀ ਮਾਈਂਡ ਤੇ ਇੰਪੈਕਟ ਪੈ ਰਿਹਾ, ਉਹਨਾਂ ਦੀ ਸਲੀਪਿੰਗ ਪੈਟਰਨਸ ਜਿਹੜੇ ਉਹ ਚੇਂਜ ਹੋ ਰਹੇ ਹੈ, ਉਹਨਾਂ ਦੇ ਬਿਹੇਵੀਅਰਲ ਪੈਟਰਨਸ ਜਿਹੜੇ ਉਹ ਚੇਂਜ ਹੋ ਰਹੇ ਹੈ, ਦੇ ਆਰ ਬਿਕਮਿੰਗ ਮਤਲਬ ਬਹੁਤ ਜ਼ਿਆਦਾ ਕ੍ਰੈਂਕੀ ਹੋ ਰਹੇ ਨੇ, ਬਹੁਤ ਜ਼ਿਆਦਾ ਇਰੀਟੇਟਿੰਗ ਹੋ ਰਹੇ ਨੇ। ਸੋ ਦੇਰ ਆਰ ਬਿਹੇਵੀਅਰਲ ਚੇਂजेस ਐਜ਼ ਵੈਲ। ਸੋ ਜਿਹੜਾ ਸੋਸ਼ਲ ਮੀਡੀਆ ਹੈ ਉਹ ਕਿਤੇ ਨਾ ਕਿਤੇ ਇੰਪੈਕਟ ਤਾਂ ਜ਼ਰੂਰ ਪਾਉਂਦਾ ਹੈ ਬੱਚਿਆਂ ਦੀ ਸੋਸ਼ਲ ਡਿਵੈਲਪਮੈਂਟ ਤੇ ਜਾਂ ਫਿਰ ਜਿਹੜੀ ਉਹਨਾਂ ਦੀ ਹੈਲਥ ਤੇ ਕਿਤੇ ਨਾ ਕਿਤੇ ਜਿਹੜਾ ਅਸਰ ਹੈ ਉਹ ਜ਼ਰੂਰ ਦੇਖਣ ਨੂੰ ਮਿਲਦਾ ਹੈ। ਸਟੱਡੀ ਦੇ ਵਿੱਚ ਫਾਇਦਾ ਕਿੰਨਾ ਕੁ ਜ਼ਿਆਦਾ ਹੋ ਸਕਦਾ ਹੈ ਸੋਸ਼ਲ ਮੀਡੀਆ ਦਾ? ਸਟੱਡੀ ਦਾ ਫਾਇਦਾ ਵੀ ਬਹੁਤ ਹੈ, ਮਤਲਬ ਆਪਾਂ ਇਹ ਕਹਿ ਸਕਦੇ ਹਾਂ ਵਿਦ ਜਸਟ ਵਨ ਕਲਿੱਕ। ਪਹਿਲੇ ਕਦੀ ਕੋਈ ਇਨਫੋਰਮੇਸ਼ਨ ਗੈਦਰ ਕਰਨੀ ਹੁੰਦੀ ਸੀ, ਉਹਦੇ ਲਈ ਸਾਨੂੰ ਪਹਿਲੇ ਲਾਇਬ੍ਰੇਰੀਜ਼ 'ਚ ਜਾਣਾ ਪੈਂਦਾ ਸੀ। ਲਾਇਬ੍ਰੇਰੀਜ਼ 'ਚ ਜਾਓ, ਫਿਰ ਇੱਕ ਪਰਟੀਕੂਲਰ ਤੁਸੀਂ ਫਾਈਂਡ ਆਊਟ ਕਰੋ ਕਿ ਇਹ ਵਾਲਾ ਟੌਪਿਕ ਜਿਹੜਾ ਹੈ ਉਹ ਕਿਹੜੀ ਬੁੱਕ ਦੇ ਵਿੱਚ ਪਿਆ ਹੈ, ਕਿਹੜੀ ਰੈਕ ਦੇ ਵਿੱਚ ਇਹ ਬੁੱਕ ਹੋਣੀ ਚਾਹੀਦੀ ਹੈ। ਫਿਰ ਬੁੱਕਸ ਫਾਈਂਡ ਆਊਟ ਕਰੋ, ਉਹਦੇ 'ਚ ਮਤਲਬ ਕਮ ਸੇ ਕਮ 100 ਬੁੱਕਸ ਹੁੰਦੀਆਂ ਸੀ, ਤਾਂ 100 ਬੁੱਕਸ ਦੇ ਵਿੱਚ ਸਰਚ ਕਰੋ ਮੇਰਾ ਇਹ ਟੌਪਿਕ ਕਿੱਥੇ ਹੈ। ਸੋ ਇਟ ਟੇਕਸ ਅ ਪਲੈਂਟੀ ਆਫ ਟਾਈਮ ਇਨ ਸਰਚਿੰਗ ਅ ਸਿੰਗਲ ਥਿੰਗ। ਬਟ ਨਾਓ ਅਡੇਜ਼ ਕੀ ਹੋ ਰਿਹਾ ਹੈ ਕਿ ਆਪਾਂ ਇੱਕ ਸਿੰਗਲ ਵਰਡ ਵੀ ਚੱਕ ਲਈਏ, ਉਸ ਸਿੰਗਲ ਵਰਡ ਤੇ ਵੀ ਜਸਟ ਪੁੱਟ ਦੈਟ ਵਰਡ ਔਨ ਦ ਗੂਗਲ, ਔਰ ਗੂਗਲ ਦੇ ਵਿੱਚ ਸਾਡੇ ਕੋਲ ਐਂਟਾਇਰ ਇਨਫੋਰਮੇਸ਼ਨ ਆ ਜਾਂਦੀ ਹੈ, ਐਂਟਾਇਰ ਲਿੰਕਸ ਜਿਹੜੇ ਉਹਦੇ ਨਾਲ ਰਿਲੇਟਡ ਹੈ, ਉਹ ਐਂਟਾਇਰ ਲਿੰਕਸ ਜਿਹੜੇ ਅਵੇਲੇਬਲ ਹੈ, ਔਰ ਆਪਾਂ ਹਰ ਸਿੰਗਲ ਕਲਿੱਕ ਤੇ ਵੀ ਕੈਨ ਗੈਟ ਅ ਡਿਫਰੈਂਟ ਟਾਈਪ ਆਫ ਇਨਫੋਰਮੇਸ਼ਨ। तो डिफरेंट टाइप ऑफ इंफॉर्मेशन सानू मिल जाती है। दूसरे एंड ते जे आपां कहिए कि कुछ नई चीज सीखनी है, आपां जे आपां कह रहे हैं कि सपोज मैनू डांस नहीं आंदा, राइट, ਉਹ ਮੈਂ ਜੇ ਡਾਂਸ ਸਿੱਖਣਾ ਚਾਹੁੰਦੀ ਆ ਤਾਂ ਮੈਂ ਡਾਂਸ ਵੀ ਮੈਂ ਉਸ ਕਿਸੇ ਵੀ पोर्टल ਤੇ ਜਾ ਕੇ ਕਿਸੇ ਵੀ ਇੱਕ ਐਪ ਤੇ ਜਾ ਕੇ ਮੈਂ ਚਾਹੁੰਦੀ ਹਾਂ ਕਿ ਮੈਨੂੰ ਕੋਈ ਡਾਂਸ ਸਿਖਾਏ, ਤਾਂ ਆਨਲਾइन टीचिंग मेथड्स आर दैट। तो ऑनलाइन टीचिंग ਤੇ डांस भी बंदा सीख रहा है, वैदिक मैथ्स भी सीख रहा है, ठीक है, नए नए योगा पोस्टर भी सीख रहा है। सो इफ यू वांट टू लर्न न्यू थिंग्स दैट आर आल्सो गेटिंग फ्रॉम द सोशल मीडिया।
ਉਹ ਵੀ ਸਾਨੂੰ ਸੋਸ਼ਲ ਮੀਡੀਆ ਤੋਂ ਹੀ ਮਿਲ ਰਿਹਾ ਹੈ। ਤਾਂ ਮਤਲਬ ਉਹਦੇ ਬਹੁਤ ਸਾਰੇ ਜੀ ਐਡਵਾਂਟੇजेस ਵੀ ਹੈ, ਸਿੱਖਿਆ ਵੀ ਮਿਲ ਰਹੀ ਹੈ, ਦੇਸ਼ ਵਿਦੇਸ਼ ਦੀਆਂ ਖਬਰਾਂ ਵੀ ਮਿਲ ਰਹੀਆਂ, ਜਾਣਕਾਰੀ ਵੀ ਮਿਲ ਰਹੀ ਹੈ, ਗੇਮਿੰਗਸ ਵੀ ਸਿੱਖਣ ਨੂੰ ਮਿਲ ਰਹੀਆਂ, ਕੋਈ ਚੀਜ਼ ਕਿਸ ਤਰ੍ਹਾਂ ਨਈ ਚੀਜ਼ ਅਡੈਪਟ ਕਰਨੀ ਹੈ ਆਪਣੀ ਲਾਈਫ ਦੇ ਵਿੱਚ ਉਹ ਵੀ ਪਤਾ ਲੱਗ ਰਿਹਾ। ਈਵਨ ਅੱਜ ਕੱਲ ਬਹੁਤ ਫੇਮਸ ਹੈ ਕਿ ਲੇਡੀਜ਼ ਜਿਹੜੀਆਂ ਆਪਣੀ ਵੀਡੀਓਜ਼ ਬਣਾ ਕੇ, ਜਿਸ ਤਰ੍ਹਾਂ ਕਿ ਹਾਊ ਯੂ ਆਰ ਮੇਕਿੰਗ ਦ ਥਿੰਗਸ ਇਨ ਦ ਕਿਚਨ ਦੇ ਵਿੱਚ ਕਿਸ ਤਰ੍ਹਾਂ ਬਣਾ ਰਹੇ ਹੋ। ਹੁਣ ਕਿਚਨ ਦੇ ਵਿੱਚ ਕਿਸੇ ਨੂੰ ਰਾਜਮਾ ਚਾਵਲ ਨਹੀਂ ਬਣਾਉਣੇ ਆਉਂਦੇ ਤਾਂ ਉਹ ਜਾ ਕੇ ਜਸਟ ਕਲਿੱਕ ਕਰਦਾ ਹੈ ਹਾਊ ਟੂ ਮੇਕ ਰਾਜਮਾ ਚਾਵਲ, ਸੋ ਹੀ ਕੈਨ ਨੋ ਕਿ ਕਿਸ ਤਰ੍ਹਾਂ ਉਹ ਆਪਾਂ ਜਿਹੜਾ ਹੈ ਕੋਈ ਵੀ ਚੀਜ਼ ਨਹੀਂ ਸਿੱਖਣੀ ਹੈ, ਨਹੀਂ ਬਣਾਉਣੀ ਹੈ, ਉਹ ਆਪਾਂ ਸਿੰਗਲ ਕਲਿੱਕ ਨਾਲ ਜਿਹੜਾ ਸਰਚ ਕਰ ਸਕਦੇ ਹਾਂ। ਸੋ ਇਟ ਹੈਜ਼ ਅ ਲੋਟ ਆਫ ਐਡਵਾਂਟੇजेस ਐਜ਼ ਵੈਲ। ਜੀ ਸੋ ਤੁਸੀਂ ਆਪਣੇ ਵਿਚਾਰ ਜਿਹੜੇ ਨੇ ਸਾਡੇ ਨਾਲ ਜ਼ਰੂਰ ਸਾਂਝਾ ਕਰ ਰਹੇ ਹੋ। ਵੇਲਾ ਇੱਕ ਛੋਟੀ ਜਿਹੀ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਮੁੜ ਹਾਜ਼ਰ ਹੋਵਾਂਗੇ। ਗੱਲਾਂ ਬਾਤਾਂ ਜਿਹੜੀਆਂ ਜ਼ਰੂਰ ਇਸੇ ਤਰ੍ਹਾਂ ਹੁੰਦੀਆਂ ਰਹਿਣਗੀਆਂ। ਜੀ ਕਨਿਕਾ ਖੰਨਾ ਜੀ, ਮੁੜ ਤੋਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਮੈਨੂੰ ਲੱਗਦਾ ਅਗਲੇ ਮੈਨੂੰ ਸਵਾਲ ਦੇ ਵੱਲ ਵਧਣਾ ਚਾਹੀਦਾ ਹੈ, ਔਰ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ, ਸੋਸ਼ਲ ਮੀਡੀਆ ਤੋਂ ਬਿਨਾਂ ਅਸੀਂ ਰਹਿ ਸਕਦੇ ਹਾਂ ਕਿ ਨਹੀਂ ਰਹਿ ਸਕਦੇ? ਦੇਖੋ ਜੀ, ਇਹ ਤਾਂ ਸਭ ਹਿਊਮਨ ਬੀਇੰਗ ਦੀ ਨੇਚਰ ਦੇ ਉੱਤੇ ਡਿਪੈਂਡੈਂਟ ਹੈ ਕਿ ਅਸੀਂ ਕਿੰਨਾ ਕੁ ਟੈਕਨੋਲੋਜੀ ਦੇ ਉੱਤੇ ਡਿਪੈਂਡੈਂਟ ਹੈ। ਇੱਕ ਸਾਡੇ ਕੋਲ ਦੋ ਪ੍ਰਕਾਰ ਦੇ ਇਨਸਾਨ ਨੇ। ਇੱਕ ਇਨਸਾਨ ਉਹ ਹੈ ਜਿਹਨੂੰ ਟੈਕਨੋਲੋਜੀ ਬਾਰੇ ਕੁਝ ਨਹੀਂ ਪਤਾ, ਔਰ ਇੱਕ ਇਨਸਾਨ ਹੈ ਜੋ ਸਭ ਕੁਝ ਜਾਣਦਾ ਹੈ ਟੈਕਨੋਲੋਜੀ ਬਾਰੇ ਕਿ ਕਿਸ ਤਰ੍ਹਾਂ ਫੋਨ ਚਲਾਉਣਾ ਹੈ, ਕਿਸ ਤਰ੍ਹਾਂ ਕਿਹੜੀ ਐਪਸ ਦੇ ਨਾਲ ਮੈਨੂੰ ਕੀ ਪਤਾ ਚੱਲਦਾ ਹੈ। ਤੇ ਜਿਹੜਾ ਬੰਦਾ ਤਾਂ ਬਿਲਕੁਲ ਹੀ ਅਣਜਾਣ ਹੈ ਟੈਕਨੋਲੋਜੀ ਬਾਰੇ, ਉਹਨੂੰ ਤਾਂ ਕੋਈ ਫਰਕ ਹੀ ਨਹੀਂ ਹੈ ਭਾਵੇਂ ਸੋਸ਼ਲ ਮੀਡੀਆ ਹੈ ਜਾਂ ਨਹੀਂ ਹੈ, ਰਾਈਟ। ਲੇਕਿਨ ਇੱਕ ਬੰਦਾ ਜਿਹਨੂੰ ਸਭ ਕੁਝ ਪਤਾ ਹੈ ਕਿ ਸੋਸ਼ਲ ਮੀਡੀਆ ਨਾਲ ਕੀ ਕੀ ਹੋ ਸਕਦਾ ਹੈ, ਮੈਂ ਉਹਦਾ ਯੂਜ਼ ਕਰਕੇ ਕੀ ਕੀ ਕਰ ਸਕਦਾ ਹਾਂ, ਤੇ ਇਸ ਕਰਕੇ ਉਹਦੇ ਲਈ ਸੋਸ਼ਲ ਮੀਡੀਆ ਨੂੰ ਛੱਡਣਾ ਬਹੁਤ ਮੁਸ਼ਕਿਲ ਹੈ। ਲੇਕਿਨ ਇਹ ਸਾਡੇ ਹੱਥ ਵਿੱਚ ਹੈ ਕਿ ਅਸੀਂ ਉਹਨੂੰ ਕਿੰਨਾ ਆਪਣੀ ਲਾਈਫ ਦੇ ਉੱਤੇ ਇਫੈਕਟ ਕਰਨਾ ਚਾਹੁੰਦੇ ਹਾਂ, ਕਿੰਨਾ ਉਹ ਸਾਡੇ ਉੱਤੇ ਇੰਪੈਕਟ ਪਾਣਾ ਚਾਹੁੰਦਾ, ਦੈਟ ਇਜ਼ ਇਨ ਆਰ ਹੈਂਡਸ। ਅਸੀਂ ਯੂਜ਼ੇਜ ਜੋ ਹੈ, ਸਪੋਜ਼ ਇੱਕ ਜਿਹੜਾ ਫੋਨ ਹੈ ਸਾਡੇ ਕੋਲ, ਉਹ 24 ਆਵਰਸ ਸਾਡੇ ਕੋਲ ਹੈ। 24 ਆਵਰਸ ਦੇ ਵਿੱਚੋਂ ਅਸੀਂ ਉਹਨੂੰ 5 ਆਵਰਸ ਡਿਵੋਟ ਕਰ ਰਹੇ ਹਾਂ, ਅਸੀਂ ਉਹਨੂੰ 10 ਘੰਟੇ ਡਿਵੋਟ ਕਰਨੇ ਆ, ਜਾਂ ਅਸੀਂ ਪੂਰੇ 24 ਘੰਟੇ ਉਹਨੂੰ ਦੇਣੇ ਆ। ਇਹ ਸਾਡੇ ਹੱਥ ਵਿੱਚ ਹੈ। ਇਸ ਕਰਕੇ ਇਹ ਡਿਪੈਂਡਸ ਅਪਨ ਪਰਸਨ ਟੂ ਪਰਸਨ ਕਿ ਅਸੀਂ ਜਿਹੜੀ ਯੂਜ਼ੇਜ ਹੈ ਨਾ ਉਹਨੂੰ ਕੰਟਰੋਲ ਕਰਨਾ ਹੈ। ਯੈਸ, ਇਟ ਹੈਜ਼ ਐਡਵਾਂਟੇजेस ਬਟ ਇਟ ਹੈਜ਼ ਡਿਸਐਡਵਾਂਟੇजेस ਐਜ਼ ਵੈਲ। ਤਾਂ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਨਾ ਉਹਦੀ ਜਿਹੜੀ ਯੂਜ਼ੇਜ ਹੈ, ਜਿੰਨਾ ਲਿਮਿਟਡ ਉਹਨੂੰ ਕਰ ਸਕੀਏ ਉਹਨਾਂ ਕਰੀਏ। ਮਤਲਬ ਜਿੱਥੇ ਤੱਕ ਉਹ ਲੱਗਦਾ ਹੈ ਕਿ ਹਾਂ ਇੱਥੇ ਤਾਂ ਬਹੁਤ ਯੂਜ਼ਫੁਲ ਹੈ, ਫਿਰ ਤਾਂ ਸਾਨੂੰ ਉਹਦਾ ਯੂਟਿਲਾਈਜੇਸ਼ਨ ਕਰਨੀ ਚਾਹੀਦੀ ਹੈ। ਫਿਰ ਤਾਂ ਇਹ ਨਹੀਂ ਉਹਨੂੰ ਡਿਸਕਾਰਡ ਨਹੀਂ ਕਰਨਾ। ਜਿਹੜੀ ਚੀਜ਼ ਸਾਨੂੰ ਬੈਨੀਫਿਟ ਦੇ ਰਹੀ ਹੈ ਆਬਵੀਅਸਲੀ ਉਹਦਾ ਯੂਜ਼ ਕਰਨਾ ਚਾਹੀਦਾ ਹੈ, ਰਾਈਟ। ਲੇਕਿਨ ਅਗਰ ਉਹ ਬੈਨੀਫਿਟਸ ਦੇ ਨਾਲ ਅਗਰ ਉਹ ਬਹੁਤ ਐਕਸੈਸ, ਕਹਿੰਦੇ ਨਾ ਐਕਸੈਸ ਆਫ एवरीथिंग ਇਜ਼ बैड, राइट। तो एक्सेस ऑफ एवरीथिंग इज बैड। तो अगर आप एदा भी एक्सेस कर दांगे ना तो इट विल बी बैड फॉर अस एज वेल। तो इस करके एक ना बहुत अच्छी सेइंग है साडे कोल कि जेड़ा यूज है सोशल मीडिया दा, मेक द यूज ऑफ द सोशल मीडिया एज अ ब्लेसिंग बट डोंट मेक इट एज अ कर्स। मतलब ओनू एज अ ब्लेसिंग लो, ओनू एज अ कर्स ना बनाओ। ਜਿਹੜਾ ਹੈ this is in our hands only ਕਿ ਆਪਾਂ ਉਹਦੀ ਯੂਜ਼ੇਜ ਨੂੰ ਕਿੰਨਾ ਲਿਮਿਟਡ ਰੱਖਣਾ ਹੈ। if we are talking about kids, the kids ਲਈ ਇੱਕ ਲਿਮਿਟਡ ਯੂਜ਼ੇਜ ਹੋਣੀ ਚਾਹੀਦੀ ਹੈ। the parents should govern the students and the kids ਦੇ ਕਿ ਉਹ ਕਿੰਨਾ ਟਾਈਮ ਜਿਹੜਾ ਹੈ ਯੂਜ਼ੇਜ ਦੇ ਰਹੇ ਹੈ ਫੋਨਸ ਨੂੰ, ਕਿੰਨਾ ਟਾਈਮ ਡਿਵੋਟ ਕਰ ਰਹੇ ਹੈ ਔਰ ਕਿੰਨਾ ਟਾਈਮ ਉਹਨਾਂ ਨੂੰ ਡਿਵੋਟ ਕਰਨਾ ਚਾਹੀਦਾ ਹੈ, ਰਾਈਟ। ਉਹਨੂੰ ਕੰਟਰੋਲ ਕਰਨਾ ਚਾਹੀਦਾ, ਕੰਟਰੋਲ ਯੂਜ਼ੇਜ ਹੋਣੀ ਚਾਹੀਦੀ ਹੈ। ਐਂਡ देयर शुड बी अ चेक कि ਬੱਚਾ ਜਿਹੜਾ ਹੈ ਉਹ ਕਿਸ ਚੀਜ਼ ਨੂੰ ਓਪਨ ਕਰ ਰਿਹਾ, ਕਿਸ ਟਾਈਪ ਦਾ ਕੰਟੈਂਟ ਜਿਹੜਾ ਉਹ ਵਾਚ ਕਰ ਰਿਹਾ ਹੈ ਯੂਟਿਊਬਸ ਤੇ, ਜਾਂ ਫਿਰ ਜਿਹੜੀਆਂ ਗੇਮਸ ਹੈ ਉਹ ਕਿਸ ਟਾਈਪ ਦੀਆਂ ਖੇਲ ਰਿਹਾ। ਬਿਕੋਜ਼ ਨਾਓ ਅਡੇਜ਼ देयर आर ਲੋਟਸ ਆਫ ਮਾਈਂਡ ਕੰਟਰੋਲਿੰਗ ਗੇਮਸ। ਉਹ ਮਾਈਂਡ ਕੰਟਰੋਲਿੰਗ ਗੇਮਸ ਜਿਹੜੀਆਂ ਉਹ ਐਕਚੁਅਲੀ ਬੱਚੇ ਦੇ ਮੈਂਟਲ ਹੈਲਥ ਤੇ ਡਾਇਰੈਕਟਲੀ ਇਫੈਕਟ ਕਰਦੀਆਂ, ਸਾਈਕੋਲੋਜੀਕਲੀ ਉਹਨਾਂ ਨੂੰ ਇਫੈਕਟ ਕਰਦੀਆਂ, ਉਹਨਾਂ ਦੇ ਬਿਹੇਵੀਅਰਲ ਚੇਂਜਸ ਜਿਹੜੀਆਂ ਉਹਨਾਂ ਨੂੰ ਇਮਰਜ ਕਰਦੀਆਂ। ਸੋ ਇਸ ਕਰਕੇ ਵੀ ਹੈਵ ਟੂ ਮੇਕ ਅ ਚੈੱਕ ਔਨ ਦ ਕਿਡਸ that what they are using, what they are watching and what kind of content they are seeing. So that is the one thing ki we should have a limited usage, जिन्ना सानू useful है उन्ना use करिए but ओदा excess ना करिए, because it is affecting us also, साडी health ते भी effect कर रहे हैं। ਬਿਲਕੁਲ ਤੁਸੀਂ ਹੈਲਥ ਦੀ ਗੱਲ ਕੀਤੀ ਹੈ, ਮੈਨੂੰ ਲੱਗਦਾ ਹੈਲਥ ਤੇ ਵੀ ਪ੍ਰਭਾਵ ਪਾਉਂਦਾ, ਸਾਡੇ ਸੋਸ਼ਲ ਡਿਵੈਲਪਮੈਂਟ ਤੇ ਵੀ ਇਹ ਪ੍ਰਭਾਵ ਪਾਉਂਦਾ। ਸੋ ਬੱਚੇ ਜਿਹੜੇ ਨੇ ਯੂਜ਼ ਕਰਦੇ ਨੇ ਫੋਨ ਦਾ ਰਾਤ ਨੂੰ,
ਨੀਂਦ ਦੀ ਬੜੀ ਪ੍ਰੋਬਲਮ ਆਉਂਦੀ ਹੈ, ਸੋ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? Actually, there is a saying, and there is a proved research about that also, कि ਜਿਹੜਾ phones ਦਾ usage है या कोई भी screen ਦਾ usage है, it should be done before sleeping 1 to 2 hours prior. 1 to 2 hours prior ਤੁਹਾਡੀ ਜਿਹੜੀ ਹੈ ਸਕਰੀਨ ਤੁਹਾਡੇ ਸਾਹਮਣੇ ਨਹੀਂ ਹੋਣੀ ਚਾਹੀਦੀ। ਸੌਣ ਤੋਂ ਪਹਿਲੇ 1 ਤੋਂ 2 ਘੰਟੇ ਪਹਿਲੇ ਤੁਹਾਡੇ ਸਾਹਮਣੇ ਕੋਈ ਸਕਰੀਨ ਨਹੀਂ ਹੋਣੀ ਚਾਹੀਦੀ, ਕਿਉਂਕਿ ਉਹ ਜਿਹੜੀ ਸਕਰੀਨ ਹੈ ਉਹ ਐਕਚੁਅਲੀ ਤੁਹਾਡੇ ਮਾਈਂਡ ਦੇ ਉੱਤੇ ਡਾਇਰੈਕਟਲੀ ਇੰਪੈਕਟ ਪਾਉਂਦੀ ਹੈ ਔਰ ਤੁਹਾਨੂੰ ਸੌਣ ਨਹੀਂ ਦਿੰਦੀ। if you are using the phone directly, means ਤੁਸੀਂ ਖਾਣਾ ਖਾਂਦੇ ਹੋ ਉਸ ਤੋਂ ਬਾਅਦ ਤੁਸੀਂ ਫੋਨ ਯੂਜ਼ ਕਰਦੇ ਹੋ for about half an hour and then you try to sleep, you will observe that you are not able to sleep। ਤੁਸੀਂ ਇਹ ਨੋਟ ਕਰੋਗੇ ਕਿ ਤੁਸੀਂ ਸੋ ਨਹੀਂ ਪਾ ਰਹੇ ਹੋ। ਇਸ ਕਰਕੇ ਡਾਕਟਰਸ ਵੀ ਰਿਕਮੈਂਡ ਕਰਦੇ ਆ ਕਿ ਸੌਣ ਤੋਂ 2 ਘੰਟੇ ਪਹਿਲੇ ਤੁਹਾਡੇ ਸਾਹਮਣੇ ਕੋਈ ਸਕਰੀਨ ਨਹੀਂ ਹੋਣੀ ਚਾਹੀਦੀ। ਈਵਨ ਟੀਵੀ ਸ਼ੁੱਡ ਨਾਟ ਬੀ ਦੇयर, ਟੀਵੀ, ਫੋਨਸ, ਟੈਬਸ, ਨਥਿੰਗ ਸ਼ੁੱਡ ਬੀ ਦੇयर ਬਿਫੋਰ 2 hours of your sleeping। क्यों? क्योंकि वो आपके स्लीपिंग पैटर्न ते ਤੁਹਾਡੇ ਸਲੀਪਿੰਗ ਪੈਟਰਨ ਤੇ ਬਹੁਤ ਇਫੈਕਟ ਕਰਦੀ ਹੈ ਔਰ ਤੁਹਾਨੂੰ ਸੌਣ ਨਹੀਂ ਦਿੰਦੀ ਹੈ। ਤੇ ਇਸ ਕਰਕੇ ਇਹ ਨੋਟਡ ਰਿਸਰਚ ਵੀ ਹੈ और a proven fact है by the doctors also that we should not use the screens before sleeping। 2 hours prior there should be no screen in front of us। ਜੀ ਬਿਲਕੁਲ, ਤੁਸੀਂ ਬਹੁਤ ਸੋਹਣੇ ਆਪਣੇ ਵਿਚਾਰ ਜਿਹੜੇ ਨੇ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ, ਔਰ ਤੁਸੀਂ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? मैं जाते जाते बस यही मैसेज देना चाहनी है सबनू कि देखो हर चीज ਜਿਹੜੀ है वो अच्छी भी है और वो बुरी भी है। ਇਸ ਕਰਕੇ ਅਸੀਂ ਅੱਛੀ ਸਾਈਡ ਵੱਲ ਜ਼ਿਆਦਾ ਡਾਇਵਰਟ ਕਰੀਏ ਔਰ ਜਿਹੜੀ ਬੁਰੀ ਚੀਜ਼ ਹੈ ਉਹਦੇ ਵੱਲ ਘੱਟ ਡਾਇਵਰਟ ਕਰੀਏ। ਤੇ ਜਿਹੜੇ ਉਹਦੇ ਨੈਗੇਟਿਵ ਇੰਪੈਕਟਸ ਹੈ ਉਹਨੂੰ ਪੋਜ਼ਿਟਿਵ ਵੀ ਬਣਾਉਣਾ ਜਿਹੜਾ ਹੈ ਉਹ ਹਿਊਮਨ ਬੀਇੰਗ ਦੇ ਹੱਥ ਹੈ, ਕਿਉਂਕਿ ਹਿਊਮਨ ਬੀਇੰਗ ਹੈਜ਼ ਅ ਵੈਰੀ ਬ੍ਰਾਈਟ ਮਾਈਂਡ। ਉਹਨੂੰ ਪਤਾ ਹੈ ਕਿ ਕਿਸ ਚੀਜ਼ ਨੂੰ ਕਿਸ ਤਰ੍ਹਾਂ ਯੂਜ਼ ਕਰਾਂਗੇ ਤਾਂ ਉਹ ਪੋਜ਼ਿਟਿਵਲੀ ਇਫੈਕਟ ਦਿਖਾਏਗਾ ਔਰ ਕਿਸ ਚੀਜ਼ ਨੂੰ ਨੈਗੇਟਿਵਲੀ ਇਫੈਕਟ ਦਿਖਾਏਗਾ। ਇਸ ਕਰਕੇ ਇਹ ਸਾਡੇ ਹੱਥ ਵਿੱਚ ਹੈ ਕਿ ਆਪਾਂ ਉਹਨੂੰ ਵਰਦਾਨ ਬਣਾਉਣਾ ਹੈ ਜਾਂ ਸਾਡੇ ਲਈ ਅਭਿਸ਼ਾਪ ਬਣਾਉਣਾ ਹੈ। ਤੇ ਇਸ ਕਰਕੇ ਉਹਨੂੰ ਆਪਾਂ ਵਰਦਾਨ ਬਣਾਈਏ ਬਜਾਏ ਕਿ ਉਹਨੂੰ ਅਭਿਸ਼ਾਪ ਦੇ ਵਿੱਚ ਕਨਵਰਟ ਕਰੀਏ, ਬਿਕੋਜ਼ ਸੋਸ਼ਲ ਮੀਡੀਆ ਇਜ਼ ਐਕਚੁਅਲੀ ਅ ਵੈਰੀ ਗੁੱਡ ਥਿੰਗ ਫॉर us because we are making a single universe under a single shed of our house, right? So that is a very good thing for us, but there should be a limited usage, there should be a controlled usage, and there should be a check for the kids, right? So this is the message from my side to all the audience। ਜੀ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਆਏ, ਬਹੁਤ ਸੋਹਣੇ ਵਿਚਾਰ ਜਿਹੜੇ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ, ਔਰ ਮੈਨੂੰ ਲੱਗਦਾ ਹੈ ਕਿ ਦਰਸ਼ਕਾਂ ਨੂੰ ਵਾਕਈ ਪਤਾ ਚੱਲ ਗਿਆ ਹੋਵੇਗਾ ਕਿ ਸੋਸ਼ਲ ਮੀਡੀਆ ਦਾ ਸਾਡੇ ਤੇ ਕੀ ਇੰਪੈਕਟ, ਕਿੰਨਾ ਕੁ ਜ਼ਿਆਦਾ ਫੋਨ ਜਿਹੜਾ ਹੈ ਵਰਤੋਂ ਦੇ ਵਿੱਚ ਲੈ ਕੇ ਆਉਣਾ ਚਾਹੀਦਾ ਔਰ ਕੀ ਕੀ ਇਹਦੇ ਸਾਡੇ ਲਈ ਬੈਨੀਫਿਟਸ ਹੈਗੇ ਨੇ, ਕੀ ਕੀ ਸਾਡੇ ਇਹਦੀਆਂ ਲਿਮਿਟੇਸ਼ਨਸ ਕਿੰਨੀਆਂ ਕੁ ਨੇ। ਸੋ ਤੁਸੀਂ ਆਪਣੇ ਵਿਚਾਰ ਜਿਹੜੇ ਨੇ ਬੜੇ ਐਕਸਪਲੇਨ ਕਰਕੇ ਬੜੇ ਵਧੀਆ ਤਰੀਕੇ ਦੇ ਨਾਲ ਆਡੀਅנס ਤੱਕ ਤੁਸੀਂ ਪਹੁੰਚਾਏ ਨੇ, ਔਰ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਅਸੀਂ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਬਣੇ ਹੋ ਔਰ ਆਪਣੇ ਵਿਚਾਰ ਜਿਹੜੇ ਨੇ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ। ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਪ੍ਰੋਗਰਾਮ ਦੇ ਵਿੱਚ ਆਉਣ ਦੀ ਬਹੁਤ ਜ਼ਿਆਦਾ ਮਿਹਰਬਾਨੀ ਤੁਹਾਡੀ। ਥੈਂਕ ਯੂ ਜੀ, ਧੰਨਵਾਦ ਸੁਖਦੀਪ ਜੀ, ਤੇ ਚੈਨਲ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਨਮਸਕਾਰ। ਨਮਸਕਾਰ ਜੀ, ਤੁਸੀਂ ਬਣੇ ਹੋਏ ਸੀ ਪ੍ਰੋਗਰਾਮ ਦੇ ਵਿੱਚ, ਅਸੀਂ ਗੱਲਾਂ ਬਾਤਾਂ ਜਿਹੜੀਆਂ ਜ਼ਰੂਰ ਕੀਤੀਆਂ ਨੇ ਤੁਹਾਡੇ ਨਾਲ, ਔਰ ਤੁਹਾਨੂੰ ਜਿਹੜਾ ਹੈ ਸੋਸ਼ਲ ਮੀਡੀਆ ਦੇ ਬਾਰੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਤੇ ਚਾਨਣਾ ਪੈ ਗਿਆ ਹੋਵੇਗਾ। ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।